ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਆਦਿ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ 'ਚ ਜੁੜ ਬੈਠੀ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਤਿਲਕ ਤੇ ਜੰਜੂ ਦੇ ਰਾਖੇ ਸਾਹਿਬ ਨੌਵੇਂ ਪਾਤਸ਼ਾਹ ਰਿੱਧੀਆਂ ਸਿੱਧੀਆਂ ਦੇ ਦਾਤੇ, ਧੰਨ 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 ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਅੰਮ੍ਰਿਤ ਵੇਲੇ ਦੇ ਸਜੇ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਨਿਤਾ ਪ੍ਰਤੀ ਇਕੱਤਰ ਹੋ ਕੇ ਆਪ ਜੀ ਆਪਣੇ ਜੀਵਨ ਦੀਆਂ ਘੜੀਆਂ ਸਵਾਸ ਗੁਰੂ ਲੇਖੇ ਲਾਉਂਦਿਆਂ ਸਫਲਾ ਔਰ ਸਕਾਰਥਾ ਕਰ ਰਹੇ ਹੋ। ਸਰਬਾਸਾ ਪੂਰਨ ਕਰਨੇ ਵਾਲੀ ਸਤਿਗੁਰਾਂ ਦੀ ਧੁਰ ਕੀ ਅਕਾਲੀ ਬਾਣੀ, ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ, ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਸਾਹਿਬ ਨੌਵੇਂ ਪਾਤਸ਼ਾਹ ਨੇ ਅੱਜ ਦੇ ਪਾਵਨ ਅੰਮ੍ਰਿਤ ਬਚਨ ਦੀ ਦਾਤ ਸਾਨੂੰ ਬਖਸ਼ਿਸ਼ ਕੀਤੀ ਹੈ। ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਜੋ ਦੇਗ ਦੇ ਵੀ ਧਨੀ ਨੇ ਔਰ ਤੇਗ ਦੇ ਵੀ ਧਨੀ ਹਨ। ਆਉਂਦੇ ਸਾਲ ਨੂੰ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ 400 ਸਾਲਾ ਪ੍ਰਕਾਸ਼ ਉਤਸਵ ਦਿਹਾੜਾ, 400 ਸਾਲਾ ਸ਼ਤਾਬਦੀ ਪ੍ਰਕਾਸ਼ ਉਤਸਵ ਸ਼ਤਾਬਦੀ, ਉਹ ਸਮੁੱਚੇ ਖਾਲਸੇ ਪੰਥ ਨੇ ਬੜੀ ਸ਼ਰਧਾ ਭਾਵਨਾ ਨਾਲ ਮਨਾਉਣੀ ਹੈ। ਗਰੀਬ ਨਵਾਜ ਨੌਵੇਂ ਪਾਤਸ਼ਾਹ ਨੇ ਅੱਜ ਦੇ ਪਾਵਨ ਸ਼ਬਦ ਵਿੱਚ ਆਪਣੀ ਸਵੈੰਗ ਅਵਸਥਾ ਨੂੰ ਬਿਆਨ ਕੀਤਾ। ਜੋ ਸਤਿਗੁਰੂ ਜੀ ਆਪ ਮਾਣਦੇ ਹਨ, ਜਿਸ ਰੰਗ ਵਿੱਚ ਮੇਰੇ ਸਾਹਿਬ ਆਪ ਟਿਕੇ ਹੋਏ ਨੇ, ਉਹ ਅਵਸਥਾ ਸਤਿਗੁਰੂ ਜੀ ਨੇ ਆਪਣੇ ਸ਼ਬਦ ਦੁਆਰਾ ਬਿਆਨ ਕਰਕੇ ਸਾਨੂੰ ਦੱਸੀ ਕਿ ਉਹਦਾ ਰੰਚਕ ਪਰ ਸਪਰਸ਼, ਰੰਚਕ ਪਰ ਛੂ ਸਾਨੂੰ ਵੀ ਪ੍ਰਾਪਤ ਹੋ ਸਕੇ। ਸੰਸਾਰ ਦੇ ਵਿੱਚ ਦਵੰਦ ਭਾਵ ਹੈ, ਨੇਤਰ ਦੋ ਨੇ, ਭਾਵੇਂ ਕਿਰਿਆ ਇਹਨਾਂ ਦੀ ਇੱਕੋ ਹੀ ਇੱਕ ਵੇਖਣਾ, ਪਰ ਦੋ ਅੱਖਾਂ ਉਹ ਦਵੰਦ ਨੂੰ ਹੀ ਵੇਖਦੀਆਂ ਹਨ, ਦੋ ਹੀ ਦਿਸਦੇ ਨੇ। ਇਹ ਮੇਰਾ ਹੈ, ਇਹ ਬਗਾਨਾ ਹੈ। ਇਹਨੂੰ ਰਾਗ ਤੇ ਦਵੈਸ਼ ਦੀ ਬਿਰਤੀ ਦੱਸਦੇ ਨੇ ਮਹਾਂਪੁਰਸ਼। ਜਿੱਥੇ ਰਾਗ ਤੇ ਦਵੈਸ਼ ਦੀਆਂ ਦੋ ਬਿਰਤੀਆਂ ਕੰਮ ਕਰਦੀਆਂ ਨੇ, ਉਹਨੂੰ ਦਵੰਦ ਕਹਿੰਦੇ ਨੇ। ਇਹ ਸਾਰਾ ਸੰਸਾਰ ਹੀ ਦਵੰਦ ਹੈ। ਦਵੰਦ ਭਾਵ ਜਦੋਂ ਤੱਕ ਮਿਟਦਾ ਨਹੀਂ ਉਦੋਂ ਤੱਕ ਸੰਸਾਰ ਹੈ। ਜਦੋਂ ਦਵੰਦ ਭਾਵ ਮਿਟ ਜਾਏ, ਉਸ ਵੇਲੇ ਫਿਰ ਇਹ ਸੰਸਾਰ ਸੰਸਾਰ ਨਹੀਂ ਦਿਸਦਾ, ਫਿਰ ਇਹ ਸੰਸਾਰ ਹਰੀ ਦਾ ਰੂਪ ਦਿਸਣ ਲੱਗ ਪੈਂਦਾ। ਹਰੀ ਦਾ ਰੂਪ ਇਸੇ ਕਰਕੇ ਨਹੀਂ ਦਿਸਦਾ ਕਿਉਂਕਿ ਦਵੰਦ ਹੈ। ਰਾਗ ਤੇ ਦਵੈਸ਼ ਦੀ ਬਿਰਤੀ ਇਤਨੀ ਪ੍ਰਬਲ ਹੈ, ਸਾਹਿਬ ਕਹਿੰਦੇ ਨਦੀ ਹੈ ਅੱਗ ਦੀ, ਹੰਸ ਹੇਤ ਲੋਭ ਕੋਪ, ਹੇਤ ਨਾਮ ਰਾਗ ਦਾ।
ਮੋਹ ਦਾ। ਮੇਰਾ ਕੰਮ ਸਹੀ ਹੋਣਾ ਚਾਹੀਦਾ, ਉਹਦੇ ਲਈ ਦੂਜੇ ਦਾ ਵਿਗਾੜ ਨਾ ਪਏ, ਕੋਈ ਗੱਲ ਨਹੀਂ। ਗੁਰਮਤਿ ਸਾਖੀ ਪ੍ਰਮਾਣ ਵਿੱਚ ਇੱਕ ਸਾਖੀ ਆਉਂਦੀ ਹੈ ਤਾਂ ਉਹ ਵਿਅੰਗਮਈ ਢੰਗ ਨਾਲ ਵਰਣਨ ਕੀਤੀ ਹੋਈ, ਪਰ ਅਸਲੀਅਤ ਇਹੀ ਹੈ। ਕਿਸੇ ਸਾਧਕ ਨੇ ਸਾਧਨਾ ਕੀਤੀ, ਸਾਧਨਾ ਕਰਕੇ ਉਹਨੂੰ ਇੱਕ ਸ਼ੰਖ ਪ੍ਰਾਪਤ ਹੋਇਆ। ਜਿਸ ਨੇ ਸ਼ੰਖ ਦਿੱਤਾ ਉਹਨੇ ਆਖਿਆ, ਸੱਜਣਾ ਜੋ ਇਹਦੇ ਕੋਲੋਂ ਮੰਗੇਗਾ ਤੈਨੂੰ ਮਿਲੇਗਾ, ਤੇਰੀ ਸਾਧਨਾ ਪੂਰੀ ਹੋ ਗਈ। ਪਰ ਇੱਕ ਸਮੱਸਿਆ ਹੈ, ਇਹ ਵੀ ਹੈ ਕਿ ਜਿੰਨਾ ਤੈਨੂੰ ਮਿਲੇਗਾ ਤੇਰੇ ਨਾਲੋਂ ਦੁੱਗਣਾ ਤੇਰੇ ਗੁਆਂਢੀ ਨੂੰ ਮਿਲੇਗਾ। ਉਹਨੇ ਸ਼ੰਖ ਤਾਂ ਲੈ ਲਿਆ, ਪਰ ਮੱਥੇ ਤੇ ਹੱਥ ਵੀ ਮਾਰੇ, ਗੁਆਂਢੀਆਂ ਨਾਲ ਤਾਂ ਮੇਰੀ ਬਣਦੀ ਨਹੀਂ, ਮੈਂ ਜਿੰਨਾ ਮੰਗਣਾ ਗੁਆਂਢੀਆਂ ਦੇ ਘਰ ਦੁੱਗਣਾ ਹੋ ਜਾਣਾ। ਇਹਦੇ ਨਾਲੋਂ ਚੰਗਾ ਜੇ ਮੈਂ ਭੁੱਖਾ ਮਰਦਾ ਤੇ ਉਹ ਵੀ ਮਰਨ, ਆਪਾਂ ਮੰਗਣਾ ਹੀ ਨਹੀਂ ਇਹਦੇ ਕੋਲੋਂ। ਉਹ ਲਿਆ ਕੇ ਸ਼ੰਖ ਘਰ ਰੱਖ ਦਿੱਤਾ, ਸੰਦੂਕ ਦੇ ਵਿੱਚ ਰੱਖ ਕੇ ਤਾਲਾ ਮਾਰ ਦਿੱਤਾ। ਮੰਗਣਾ ਨਹੀਂ ਇਹਦੇ ਕੋਲੋਂ ਕੁਝ, ਕਿਉਂਕਿ ਜੋ ਮੰਗਾਂਗਾ ਗੁਆਂਢੀਆਂ ਦੇ ਘਰੇ ਦੁੱਗਣਾ ਹੋ ਜਾਣਾ। ਅਚਾਨਕ ਉਹਨੂੰ ਕਿਤੇ ਬਾਹਰ ਜਾਣਾ ਪਿਆ ਤੇ ਘਰ ਵਾਲੀ ਨੂੰ ਉਹਨੇ ਦੱਸਿਆ ਵੀ ਇੱਦਾਂ ਸ਼ੰਖ ਹੈ, ਵੀ ਮੰਗੀ ਨਾ ਵਾਹ ਲੱਗਦਿਆਂ, ਵੀ ਬਹੁਤ ਜ਼ਿਆਦਾ ਕਿਤੇ ਮਜਬੂਰੀ ਹੋਵੇ ਤੇ ਫਿਰ ਭਾਵੇਂ ਮੰਗ ਲਈ। ਇਹ ਤਾਂ ਚਲਾ ਗਿਆ। ਪਿੱਛੇ ਘਰ ਵਾਲੀ ਨੂੰ ਕੁਝ ਪੈਸਿਆਂ ਦੀ ਜ਼ਰੂਰਤ ਪਈ, ਉਹਨੇ ਉਸ ਸ਼ੰਖ ਨੂੰ ਰੱਖ ਕੇ ਮੰਗਿਆ, ਜਿੰਨੇ ਇਹਨੇ ਮੰਗੇ ਗੁਆਂਢੀਆਂ ਨੂੰ ਦੁੱਗਣੇ ਮਿਲ ਗਏ। ਹੁਣ ਇਹਦੀ ਕਾਂਖਾ ਵੱਧਦੀ ਚਲੀ ਗਈ, ਹੋਰ ਮੰਗਣਾ ਸ਼ੁਰੂ ਕਰ ਦਿੱਤਾ। ਜਿੰਨਾ ਇਹ ਮੰਗਿਆ ਕਰੇ ਗੁਆਂਢੀਆਂ ਦੇ ਦੁੱਗਣਾ ਹੋਈ ਜਾਏ। ਹਫ਼ਤੇ 10 ਦਿਨਾਂ ਬਾਅਦ ਆਇਆ ਤੇ ਗੁਆਂਢੀਆਂ ਦੇ ਮਹਿਲ ਬਣੇ ਹੋਏ, ਬੜੇ ਸੁੰਦਰ ਘਰ ਦੇ ਵਿੱਚ ਪਦਾਰਥ। ਕਹਿਣ ਲੱਗਾ ਵੀ ਇਹ ਕੀ ਗੱਲ। ਘਰ ਆਇਆ ਤੇ ਉਹੀ ਗੱਲ ਹੋਈ ਜਿਹਦਾ ਇਹਨੂੰ ਡਰ ਸੀ। ਕਹਿਣ ਲੱਗਾ ਤੂੰ ਐਸਾ ਕਿਉਂ ਕੀਤਾ। ਕਹਿਣ ਲੱਗੀ ਮੈਨੂੰ ਜ਼ਰੂਰਤ ਸੀ, ਜੇ ਏਡੀ ਕੀਮਤੀ ਚੀਜ਼ ਹੈ ਇਹਦੇ ਕੋਲੋਂ ਮਿਲਦਾ ਪਿਆ, ਸਾਨੂੰ ਗੁਆਂਢੀਆਂ ਨੂੰ ਮਿਲੀ ਜਾਏ ਦੁੱਗਣਾ, ਸਾਨੂੰ ਵੀ ਤਾਂ ਮਿਲ ਹੀ ਰਿਹਾ ਨਾ। ਕਹਿੰਦਾ ਨਹੀਂ। ਇਹਨੇ ਸ਼ੰਖ ਅੱਗੇ ਰੱਖਿਆ ਤੇ ਆਖਿਆ, ਮੇਰੇ ਘਰ ਦੇ ਦਰਵਾਜ਼ੇ ਤੇ ਇੱਕ ਡੂੰਘਾ ਖੂਹ ਪੁੱਟਿਆ ਜਾਏ। ਇੱਕ ਖੂਹ ਡੂੰਘਾ ਪੁੱਟਿਆ ਗਿਆ। ਹੁਣ ਇਹਦੇ ਘਰ ਦਰਵਾਜ਼ੇ ਦੇ ਸਾਹਮਣੇ ਇੱਕ ਪੁੱਟਿਆ ਗਿਆ ਤੇ ਗੁਆਂਢੀਆਂ ਦੇ 2। ਫਿਰ ਕਹਿੰਦਾ ਮੇਰੀ ਇੱਕ ਅੱਖ ਕਾਣੀ ਹੋ ਜਾਏ। ਇਹਦੀ ਇੱਕ ਅੱਖ ਕਾਣੀ ਹੋਈ, ਗੁਆਂਢੀਆਂ ਦੀਆਂ ਦੋਵੇਂ ਹੀ ਕਾਣੀਆਂ। ਉਹ ਅੰਨੇ ਹੋ ਗਏ, ਬਾਹਰ ਨਿਕਲੇ ਤੇ ਖੂਹ 'ਚ ਡਿੱਗ ਕੇ ਮਰ ਗਏ। ਕਹਿੰਦਾ ਚੰਗਾ ਖਹਿੜਾ ਛੁੱਟਿਆ ਵੀ ਨਾ ਹੁਣ ਇਹਨਾਂ ਦੇ ਘਰ ਦੁੱਗਣਾ ਹੋਵੇ। ਹੁਣ ਰਹੇ ਹੀ ਨਹੀਂ ਤਾਂ ਇਹ ਵਿਅੰਗ ਹੈ, ਪਰ ਅਸਲ ਵਿੱਚ ਸੱਚਾਈ ਸਮਾਜ ਦੇ ਲੋਕਾਂ ਦੀ ਇਦਾਂ ਦੀ ਹੈ। ਅੱਜ ਮਨੁੱਖ ਇਸ ਕਰਕੇ ਨਹੀਂ ਦੁਖੀ ਕਿ ਮੇਰੇ ਕੋਲ ਨਹੀਂ ਹੈ। ਅੱਜ ਬੰਦਾ ਇਸ ਕਰਕੇ ਦੁਖੀ ਹੈ ਦੂਜੇ ਕੋਲ ਕਿਉਂ ਹੈ। ਇਹ ਦੁਆਸ਼, ਇਹਨੂੰ ਕਹਿੰਦੇ ਦੁਆਸ਼। ਰਾਗ ਤੇ ਦੁਆਸ਼ ਦੇ ਇਸ ਦਵੰਦ ਦੇ ਵਿੱਚ ਜੀਵ ਗਰਕ ਹੁੰਦਾ ਚਲਿਆ ਜਾ ਰਿਹਾ। ਇਹ ਆਪਣਾ ਹੈ, ਇਹ ਬਗਾਨਾ। ਇਹ ਰਾਗ ਦੁਆਸ਼ ਦੀ ਬਿਰਤੀ ਸਾਡੇ ਧਾਰਮਿਕ ਖਿੱਤੇ ਵਿੱਚ ਵੀ ਆ ਗਈ। ਹਾਲਾਂਕਿ ਧਾਰਮਿਕ ਦ੍ਰਿਸ਼ਟੀ ਵਿੱਚ, ਹਾਂ ਸਮਾਜਿਕ ਦ੍ਰਿਸ਼ਟੀ ਵਿੱਚ ਲੋਕ ਰੱਖਦੇ ਹੋਣਗੇ ਰਾਗ ਦੁਆਸ਼, ਪਰ ਘੱਟੋ ਘੱਟ ਧਾਰਮਿਕ ਦ੍ਰਿਸ਼ਟੀ ਵਿੱਚ ਤਾਂ ਨਾ ਹੋਵੇ ਰਾਗ ਦੁਆਸ਼ ਵੀ ਇਹ ਮੇਰੇ ਨੇ ਤੇ ਬਗਾਨੇ ਨੇ, ਇਹ ਮੇਰੀ ਬਰਾਦਰੀ ਦੇ ਨੇ, ਫਲਾਣੀ ਬਰਾਦਰੀ ਦੇ ਨੇ। ਇਹ ਬਿਰਤੀ ਅੱਜ ਸਾਡੇ ਧਾਰਮਿਕ ਜਗਤ ਵਿੱਚ ਵੀ ਪ੍ਰਵੇਸ਼ ਕਰ ਗਈ। ਜਿਨ੍ਹਾਂ ਤੇ ਗੁਰੂ ਸਾਹਿਬ ਦੀ ਕਲਾ ਵਰਤਦੀ ਹੈ, ਕਿਰਪਾ ਵਰਤਦੀ ਹੈ, ਉਹ ਇਸ ਦਵੰਦ ਤੋਂ ਉੱਪਰ ਉੱਠ ਜਾਂਦੇ ਨੇ।
ਉਹਨਾਂ ਨੂੰ ਮੁਸਲਮਾਨ ਹਿੰਦੂ ਦੋਵੇਂ ਇੱਕ ਪ੍ਰਤੀਤ ਹੁੰਦੇ ਤੇ ਦੋਹਾਂ ਨੂੰ ਗਲਵੱਕੜੀ 'ਚ ਲੈ ਲੈਂਦੇ। ਉਹ ਤਾਂ ਗਨੀ ਖਾਨ ਨਬੀ ਖਾਨ ਨੂੰ ਵੀ ਘੁੱਟ ਕੇ ਗਲ ਨਾਲ ਲਾ ਕੇ ਕਹਿੰਦੇ ਸਾਡੇ ਪੁੱਤਰ ਨੇ, ਇਹ ਸਾਡੇ ਪੁੱਤਰ ਨੇ। ਹੁਕਮਨਾਮਾ ਦਿੱਤਾ ਖਾਲਸਾ ਜੀ ਇਹ ਮੇਰੇ ਸਾਹਿਬਜ਼ਾਦੇ ਨੇ, ਮੇਰੇ ਫਰਜ਼ੰਦ ਨੇ, ਦੱਸੋ ਉੱਥੇ ਕਿੱਥੇ ਆ ਦਵੰਦ। ਤੋ ਇਸ ਪ੍ਰਕਾਰ ਇਹ ਦਵੰਦ ਭਾਵ ਸਤਿਗੁਰਾਂ ਨੇ ਸਾਡੇ ਅੰਦਰੋਂ ਮਿਟਾਇਆ। ਸਾਡਾ ਜਿਹੜਾ ਸਿਧਾਂਤ ਹੈ ਗੁਰਮਤਿ ਦਾ, ਇਹ ਅਦਵੈਤਵਾਦ ਦਾ ਹੈ, ਦੁਵੈਤ ਦਾ ਨਹੀਂ ਹੈ। ਅਦਵੈਤ ਦਾ ਸਿਧਾਂਤ ਹੈ ਤੇ ਅਦਵੈਤ ਵਿੱਚ ਤਾਂ ਦਵੰਦ ਹੁੰਦਾ ਹੀ ਨਹੀਂ। ਕਦੇ ਸੂਰਜ ਦੇ ਵਿੱਚ ਹਨੇਰੇ ਦੀ ਕਲਪਨਾ ਕੀਤੀ ਜਾ ਸਕਦੀ ਹੈ ਵੀ ਸੂਰਜ ਵਿੱਚ ਹਨੇਰਾ ਹੋ ਸਕਦਾ, ਕਦੇ ਨਹੀਂ ਨਾ ਹੋ ਸਕਦਾ। ਜਿਹੜਾ ਗੁਰਮਤਿ ਦਾ ਸਿਧਾਂਤ ਹੈ ਇਹਦੇ ਵਿੱਚ ਵੀ ਕਦੇ ਦਵੈਤ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ, ਇਹ ਅਦਵੈਤ ਦਾ ਸਿਧਾਂਤ ਹੈ। ਤੇ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਅੱਜ ਉਸ ਦਵੰਦ ਤੋਂ ਸਾਨੂੰ ਉੱਪਰ ਚੁੱਕ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਸਾਹਿਬ ਨੌਵੇਂ ਪਾਤਸ਼ਾਹ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਨਵਾਂ। ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ। ਸੋਰਠ ਰਾਗ ਹੈ ਤੇ ਸਾਹਿਬ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਹ ਪਾਵਨ ਪਵਿੱਤਰ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਹਨ। ਜਿਹੜਾ ਨਰ ਦੁੱਖ ਨੂੰ ਦੁੱਖ ਕਰਕੇ ਨਹੀਂ ਮੰਨਦਾ, ਜਦੋਂ ਦੁੱਖ ਨੂੰ ਵੀ ਕੋਈ ਦੁੱਖ ਕਰਕੇ ਨਾ ਮੰਨੇ ਫਿਰ ਉਹ ਦੁਖੀ ਹੋ ਹੀ ਨਹੀਂ ਸਕਦਾ। ਜਿਸ ਨੇ ਦੁੱਖ ਨੂੰ ਵੀ ਦੁੱਖ ਕਰਕੇ ਨਹੀਂ ਮੰਨਣਾ ਉਹ ਦੁਖੀ ਕਿਵੇਂ ਹੋਵੇਗਾ? ਉਹਨੂੰ ਕਦੇ ਕਿਸੇ ਪ੍ਰਕਾਰ ਦਾ ਕੋਈ ਦੁੱਖ ਵਿਆਪ ਹੀ ਨਹੀਂ ਸਕਦਾ। ਉਹਦੇ ਅੰਦਰ ਗੁਰਦੇਵ ਨੇ ਇਹੋ ਜੀ ਸਮਾਨ ਦ੍ਰਿਸ਼ਟੀ ਬਖਸ਼ਿਸ਼ ਕਰ ਦਿੱਤੀ ਹੈ। ਉਹ ਜਾਣ ਲੈਂਦਾ ਵੀ ਇਹ ਜਿਹੜੇ ਦੁੱਖ ਨੇ ਨਾਸ਼ਵਾਨ ਤੇ ਝੂਠੇ ਤੇ ਮਿਥਿਆ ਨੇ। ਸੁਪਨੇ ਵਿੱਚ ਅਸੀਂ ਡਰਦੇ ਹਾਂ, ਸੁਪਨੇ ਵਿੱਚ ਕਈ ਵਾਰੀ ਡਰਾਉਣੀ ਚੀਜ਼ ਵੇਖਦੇ ਹਾਂ, ਸੁਪਨੇ ਵਿੱਚ ਕਈ ਵਾਰ ਇਹੋ ਜਿਹਾ ਸੁਪਨਾ ਵੇਖਦੇ ਹਾਂ ਵੀ ਅਸੀਂ ਬਹੁਤ ਜ਼ਿਆਦਾ ਦੁਖੀ ਹੁੰਨੇ ਹਾਂ, ਸੁਪਨੇ ਵਿੱਚ ਰੋ ਰਹੇ ਹੁੰਨੇ ਹਾਂ। ਤੇ ਕੀ ਉਹ ਸੁਪਨੇ ਵਿੱਚ ਜਿਹੜਾ ਅਸੀਂ ਦੁੱਖ ਵੇਖਦੇ ਹਾਂ ਉਹ ਸੱਚ ਹੁੰਦਾ? ਅੱਖਾਂ ਖੋਲ੍ਹਦੀਆਂ ਨੇ ਇੱਕਦਮ ਕਹਿੰਦੇ ਉਹ ਸ਼ੁਕਰ ਹੈ ਰੱਬ ਦਾ ਵੀ ਇਹ ਕੇਵਲ ਸੁਪਨਾ ਹੀ ਸੀ। ਤੋ ਇਹ ਸੰਸਾਰ ਦੇ ਵਿੱਚ ਜਿਤਨੇ ਵੀ ਦੁੱਖ ਨੇ, ਪਰਮਹੰਸ ਅਵਸਥਾ 'ਚ ਟਿਕਿਆ ਹੋਇਆ ਪਰਮਹੰਸ ਵਿਵੇਕੀ ਪੁਰਖ, ਜਿਸ ਨਰ ਦੀ ਗੱਲ ਨੌਵੇਂ ਪਾਤਸ਼ਾਹ ਇੱਥੇ ਕਰ ਰਹੇ ਨੇ, ਉਹ ਵਿਵੇਕੀ ਨਰ ਸੰਸਾਰ ਦੇ ਜਿਤਨੇ ਵੀ ਦੁੱਖ ਨੇ ਉਹਨਾਂ ਨੂੰ ਸੁਪਨੇ ਦੇ ਮਨਿੰਦ ਜਾਣਦਾ ਹੈ ਵੀ ਇਹ ਤਾਂ ਸੁਪਨੇ ਵਾਂਗੂ ਝੂਠੇ ਨੇ, ਨਾਸ਼ਵਾਨ ਨੇ, ਸੱਚ ਨਹੀਂ ਹਨ। ਇਸੇ ਕਰਕੇ ਉਸ ਦੁੱਖ ਨੂੰ ਦੁੱਖ ਕਰਕੇ ਨਹੀਂ ਮੰਨਦਾ। ਹਾਂਜੀ। ਸੁਖ ਸਨੇਹ ਔਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਸੁੱਖ ਨਾਲ ਸਨੇਹ ਨਹੀਂ ਉਹਦੇ ਅੰਦਰ, ਕਿਉਂਕਿ ਜੇ ਦੁੱਖ ਨਸ਼ਵਰ ਹੈ ਤੇ ਸੁੱਖ ਕਿਹੜਾ ਸदैवी ਹੈ? ਸੰਸਾਰ ਦੇ ਸੁੱਖ ਵੀ ਤਾਂ ਫਿਰ ਨਸ਼ਵਰ ਹੀ ਨੇ, ਨਾਸ਼ਵਾਨ ਨੇ। ਤੂੰ ਸੰਸਾਰ ਦੇ ਜਿਤਨੇ ਸੁੱਖ ਨੇ ਉਹਨਾਂ ਨਾਲ ਵੀ ਉਹ ਸਨੇਹ ਨਹੀਂ ਕਰਦਾ। ਹਾਂ, ਜੋ ਸੁੱਤੇ ਸਿੱਧ ਪ੍ਰਾਪਤ ਹੁੰਦਾ ਚਲਾ ਜਾਏ ਉਹਦੇ 'ਚ ਵਿਚਰਦਾ ਹੈ, ਰਹਿੰਦਾ ਹੈ, ਪਰ ਉਹਨਾਂ ਨਾਲ ਸਨੇਹ ਨਹੀਂ ਹੈ ਕਿ ਉਹਨਾਂ ਪਿੱਛੇ ਮਾਰੀ ਜਾਏ, ਮਰੂ ਹੀ ਹੋ ਜਾਏ, ਐਸਾ ਨਹੀਂ ਹੈ। ਸੁੱਖ ਦੇ ਨਾਲ ਸਨੇਹ ਨਹੀਂ ਹੈ ਜਿਹੜਾ ਪਰਮਹੰਸ ਵਿਵੇਕੀ ਪੁਰਸ਼ ਹੈ, ਔਰ ਨਾ ਉਹਦੇ ਹਿਰਦੇ 'ਚ ਕਿਸੇ ਪ੍ਰਕਾਰ ਦਾ ਭੈ ਤੇ ਡਰ ਹੈ। ਭੈ ਵੀ ਨਹੀਂ ਹੈ। ਭੈ ਤਾਂ ਉਹਦਾ ਹੁੰਦਾ ਜੋ ਸੱਚ ਹੈ, ਜੋ ਵਾਸਤਵਿਕ ਹੈ। ਜੋ ਹੈ ਹੀ ਨਹੀਂ ਉਹਦਾ ਕਾਹਦਾ ਭੈ ਮੰਨਣਾ? ਹੁਣ ਆਕਾਸ਼ ਦੇ ਵਿੱਚ ਬੱਦਲ ਛਾਏ ਹੁੰਦੇ, ਵੇਖਣ ਨੂੰ ਜਾਪਦਾ ਭੂਤ ਪ੍ਰੇਤ ਨੇ,
ਬੜੇ ਡਰਾਉਣੇ ਜੇ ਵੀ ਦਿਸਦੇ ਆ, ਤੇ ਉਹਨਾਂ ਨੂੰ ਵੇਖ ਕੇ ਅਸੀਂ ਡਰਦੇ ਤਾਂ ਨਹੀਂ, ਭੈ ਭੀਤ ਤਾਂ ਨਹੀਂ ਹੁੰਦੇ, ਪਤਾ ਵੀ ਇਹ ਤਾਂ ਬੱਦਲ ਨੇ। ਕਈ ਵਾਰੀ ਧੂਆਂ ਉੱਡਦਾ ਤੇ ਧੂਏ ਦੇ ਨਾਲ ਬਹੁਤ ਕੁਝ ਬਣ ਜਾਂਦਾ, ਪਰ ਉਹਨੂੰ ਵੇਖ ਕੇ ਅਸੀਂ ਭੈ ਭੀਤ ਤਾਂ ਨਹੀਂ ਹੁੰਦੇ। ਧੂਏ ਨਾਲ ਸ਼ੇਰ ਬਣ ਜਾਂਦਾ, ਧੂਏ ਨਾਲ ਜੰਗਲੀ ਜਾਨਵਰ ਬਣ ਜਾਂਦੇ ਆ, ਤੇ ਫਿਰ ਭੈ ਕਾਹਦਾ? ਜੋ ਹੈ ਹੀ ਨਸ਼ਵਰ, ਜੋ ਹੈ ਹੀ ਨਾਸ਼ਵਾਨ, ਉਹਦਾ ਭੈ ਕਾਹਦਾ? ਜੋ ਹੈ ਹੀ ਨਹੀਂ। ਇਸ ਕਰਕੇ ਪਰਮਹੰਸ ਵਿਵੇਕੀ ਪੁਰਸ਼ ਦੇ ਹਿਰਦੇ ਵਿੱਚ ਜਿੱਥੇ ਸੁੱਖ ਨਾਲ ਸਨੇਹ ਨਹੀਂ ਹੈ, ਉੱਥੇ ਉਹਦੇ ਹਿਰਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਭੈ ਤੇ ਡਰ ਵੀ ਨਹੀਂ ਹੈ। ਭੈ ਨਹੀਂ ਜਾਂ ਕੇ ਉਹਦੇ ਅੰਦਰ ਡਰ ਵੀ ਨਹੀਂ ਹੈ, ਭੈ ਵੀ ਨਹੀਂ, ਨਿਰਭਉ ਹੋ ਜਾਂਦਾ। ਔਰ ਸਮਾਨ ਬਿਰਤੀ ਇਹ ਹੈ ਕਿ ਕੰਚਨ ਤੇ ਮਿੱਟੀ ਦੋਨੇ ਨੂੰ ਇੱਕ ਕਰਕੇ ਵੇਖਦਾ, ਮਾਣਦਾ। ਏਦਾਂ ਦਵੰਦ ਉਹਦੀ ਦ੍ਰਿਸ਼ਟੀ 'ਚ ਖਤਮ ਹੋ ਜਾਂਦਾ। ਜੈਸਾ ਸੋਨਾ ਤੈਸੀ ਮਿੱਟੀ, ਇਹੋ ਜਿਹੀ ਬਿਰਤੀ ਉਹਦੀ ਬਣ ਜਾਂਦੀ ਹੈ ਕਿ ਉਹ ਸੋਨੇ ਨੂੰ ਵੀ ਮਿੱਟੀ ਰੂਪ ਕਰਕੇ ਹੀ ਵੇਖਦਾ, ਵੀ ਤਾਂ ਮਿੱਟੀ ਹੈ, ਖੇਈ ਹੈ। ਭੁੱਖ ਲੱਗਿਆ ਕਿਹੜਾ ਖਾਣ ਦੇ ਕੰਮ ਆ ਰਿਹਾ ਹੈ, ਇਹ ਖੇ ਰੂਪ ਹੈ। ਉਹ ਸੋਨਾ ਤੇ ਮਿੱਟੀ ਵੀ ਇੱਕ ਸਮਾਨ ਕਰਕੇ ਵੇਖਦਾ ਰਹਾਉ। ਨਹਿ ਨਿੰਦਿਆ ਨਹਿ ਉਸਤਤ ਜਾ ਕੈ, ਲੋਭ ਮੋਹ ਅਭਿਮਾਨਾ। ਪਰਮਹੰਸ ਵਿਵੇਕੀ ਪੁਰਸ਼ ਨਾ ਤਾਂ ਕਿਸੇ ਦੀ ਨਿੰਦਿਆ ਕਰਦਾ, ਉਹ ਕਹਿੰਦਾ ਮੈਂ ਕਿਸੇ ਦੀ ਨਿੰਦਾ ਕਿਉਂ ਕਰਾਂ ਭਾਈ, ਜਦੋਂ ਕੁਝ ਹੈ ਹੀ ਨਹੀਂ ਤੇ ਨਿੰਦੀਏ ਕਿਸ ਨੂੰ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੁਝ ਹੋਵੇ ਤੇ ਨਿੰਦਾ ਕਰੀਏ, ਜਦੋਂ ਉਸ ਪ੍ਰਮਾਤਮਾ ਤੋਂ ਬਿਨਾਂ ਕੋਈ ਦੂਜਾ ਹੈ ਹੀ ਨਹੀਂ ਤੇ ਫਿਰ ਨਿੰਦਾ ਕਿਸ ਦੀ ਕਰਨੀ? ਉਹ ਕਿਸੇ ਦੀ ਨਿੰਦਿਆ ਨਹੀਂ ਕਰਦੇ, ਨਾ ਕਰਦੇ ਨੇ ਨਾ ਸੁਣਦੇ ਨੇ। ਕੱਲ ਸ਼ਾਮ ਦੀ ਕਥਾ ਜੋ ਬਚਨ ਆ ਰਹੇ ਸਨ ਕਲਗੀਧਰ ਜੀ ਦੇ, ਪਾਤਸ਼ਾਹ ਕਹਿ ਰਹੇ ਸਨ, ਮਧਰਾ ਦੈਤੀ ਸਪਤ ਕੁਲ ਭੰਗ ਦਹੈ ਤਨ ਏਕ, ਸ਼ਤ ਕੁਲ ਕਹਿਤਾ ਦਹਿਤਾ ਜਗਤ ਝੂਠ, ਨਿੰਦਾ ਦਹੈ ਅਨੇਕ। ਸ਼ਰਾਬ 7 ਕੁੱਲਾਂ ਗਾਲ ਦਿੰਦੀ ਹੈ, ਭੰਗ ਕੇਵਲ ਇੱਕ ਸਰੀਰ ਨੂੰ ਖਤਮ ਕਰ ਦਿੰਦੀ ਹੈ, 100 ਕੁੱਲਾਂ ਗਾਲ ਕੇ ਰੱਖ ਦਿੰਦਾ ਜਗਤ ਝੂਠ ਤਮਾਕੂ। ਔਰ ਨਿੰਦਾ ਕਿੰਨੀਆਂ ਕੁੱਲਾਂ ਗਾਲ ਦਿੰਦੀ ਹੈ, ਉਹਦੀ ਗਿਣਤੀ ਕੋਈ ਨਹੀਂ ਹੈ। ਨਿੰਦਾ ਦਹੈ ਅਨੇਕ, ਨਿੰਦਾ ਅਨੇਕਾਂ ਹੀ ਕੁੱਲਾਂ ਨੂੰ ਗਾਲ ਕੇ ਰੱਖ ਦਿੰਦੀ, ਸਾੜ ਕੇ ਰੱਖ ਦਿੰਦੀ। ਤਦੇ ਭਾਈ ਗੁਰਦਾਸ ਜੀ ਦਾ ਕਥਨ ਹੈ, ਨਿੰਦਾ ਕਰ ਹਰਨਾਖਸ਼ੈ ਵੇਖੋ ਫਲ ਵੱਟੇ, ਲੰਕ ਲੁਟਾਈ ਰਾਵਣ ਮਸਤਕ 10 ਕੱਟੇ। ਕੀ ਲਾਭ ਪ੍ਰਾਪਤ ਹੋਇਆ ਉਹਨਾਂ ਨੂੰ? ਇਸ ਕਰਕੇ ਨਿੰਦਾ ਦਾ ਕੋਈ ਲਾਭ ਨਹੀਂ ਹੈ। ਸਗੋਂ ਜਿਸ ਚੀਜ਼ ਨੂੰ ਵੇਖ ਕੇ ਅਸੀਂ ਨਿੰਦਾ ਕਰਦੇ ਹਾਂ, ਕਿਸੇ ਦੇ ਔਗਣ ਨੂੰ ਵੇਖ ਕੇ ਨਿੰਦਾ ਕਰਦੇ ਹਾਂ, ਕੁਝ ਸਮੇਂ ਬਾਅਦ ਉਹ ਔਗਣ ਸਾਡੇ ਅੰਦਰ ਵੀ ਆ ਜਾਂਦਾ ਹੈ, ਕਿਉਂਕਿ ਉਹਦੀ ਇੱਕ ਤਸਵੀਰ ਜਿਹੜੀ ਹੈ ਨਾ, ਸਾਡਾ ਮਨ ਨਾ ਫੋਟੋਗ੍ਰਾਫਰ ਹੈ, ਇਹ ਫੋਟੋ ਖਿੱਚ ਲੈਂਦਾ ਉਹਦੀ। ਉਹ ਜਦੋਂ ਚਿੱਤਰ ਬਣ ਗਿਆ ਉਸਦਾ, ਹੌਲੇ ਹੌਲੇ ਕਰਕੇ, ਜੇ ਸਾਧਨਾ ਘੱਟ ਹੈ, ਸਿਮਰਨ ਘੱਟ ਹੈ, ਤਾਂ ਉਹ ਜਿਹੜਾ ਚਿੱਤਰ ਬਣ ਗਿਆ, ਉਹ ਬੀਜ ਬੀਜਿਆ ਗਿਆ, ਉਹਨੇ ਫਿਰ ਉੱਗੀ ਜਾਣਾ, ਉਹ ਔਗਣ ਆ ਜਾਣਾ। ਸਮਾਜ ਵਿੱਚ ਅਸੀਂ ਵੇਖਦੇ ਹਾਂ ਵੀ ਜਿਹੜੇ ਲੋਕ ਕਦੇ ਕਿਸੇ ਦੇ ਔਗਣ ਨੂੰ ਵੇਖ ਕੇ ਨਿੰਦਦੇ ਨੇ, ਕੁਝ ਸਮੇਂ ਬਾਅਦ ਆਪ ਹੀ ਉਹੀ ਔਗਣ ਕਰਦੇ ਦਿਸਦੇ ਨੇ। ਐਸਾ ਹੋ ਜਾਂਦਾ। ਇਸ ਕਰਕੇ ਸਾਧਕ ਜਿਹੜਾ ਉਹ ਕਦੇ ਕਿਸੇ ਦੀ ਨਿੰਦਾ ਨਹੀਂ ਕਰਦਾ। ਸਾਧਕ ਕਹਿੰਦਾ ਮੈਂ ਕਿਸੇ ਦੀ ਨਿੰਦਾ ਕਰਕੇ ਕੀ ਲੈਣਾ, ਮੈਂ ਤਾਂ ਆਪਣਾ ਆਪ ਸਵਾਰ ਲਵਾਂ, ਬਸ ਮੇਰਾ ਜੀਵਨ ਸੁਧਰ ਜਾਏ। ਮੈਂ ਤਾਂ ਆਪ ਸਭ ਤੋਂ ਮੰਦਾ ਹਾਂ, ਮਾੜਾ, ਤੇ ਨਿੰਦਾ ਕਿਸੇ ਦੀ ਕਰਾਂ। ਮੈਂ ਕਿਸੇ ਤੋਂ ਚੰਗਾ ਹੋਵਾਂਗਾ ਤਦੇ ਕਿਸੇ ਦੀ ਨਿੰਦਾ ਕਰਾਂਗਾ ਨਾ। ਤੇ ਜਦੋਂ ਮੈਂ ਸਭ ਤੋਂ ਹੀ ਮੰਦਾ, ਮੈਨੂੰ ਛੱਡ ਕੇ ਸਾਰੇ ਹੀ ਚੰਗੇ ਨੇ, ਤੇ ਫਿਰ ਨਿੰਦਾ ਕਿਸ ਦੀ ਕਰਨੀ ਹੋਈ। ਤੇ ਨਾ ਹੀ ਸਾਧਕ ਪਰਮਹੰਸ ਵਿਵੇਕੀ ਕਿਸੇ ਦੀ ਝੂਠੀ ਖੁਸ਼ਾਮਦ ਕਰਦਾ। ਉਸਤਤ ਦਾ ਮਤਲਬ ਹੁੰਦਾ ਖੁਸ਼ਾਮਦ। ਉਹ ਕਿਸੇ ਦੀ ਝੂਠੀ ਖੁਸ਼ਾਮਦ ਨਹੀਂ ਕਰਦਾ।
ਸਤਵੇਂ ਗੁਰਦੇਵ ਨੇ ਬਚਨ ਕਿਹਾ ਸੀ, ਰਾਮ ਰਾਏ ਕਿਤੇ ਔਰੰਗਜ਼ੇਬ ਦੀ ਖੁਸ਼ਾਮਦ ਕਰਦਿਆਂ ਹੋਰ ਨਾ ਕੁਝ ਕਰਵੇਂ, ਖੁਸ਼ਾਮਦ ਨਾ ਕਰੀ। ਤੇ ਰਾਮ ਰਾਏ ਨੇ ਖੁਸ਼ਾਮਦ ਕਰਦੇ ਹੀ ਕਹਿ ਦਿੱਤਾ ਸੀ, ਮਿੱਟੀ ਮੁਸਲਮਾਨ ਦੀ ਥਾਂ ਤੇ ਬੇਈਮਾਨ ਕਹਿ ਦਿੱਤਾ ਸੀ। ਤੇ ਵੇਖੋ ਗੁਰਦੇਵ ਦੇ ਦਰੋਂ ਘਰੋਂ ਛੇਕਿਆ ਗਿਆ। ਤੂੰ ਸਾਧਕ ਕਿਸੇ ਦੀ ਝੂਠੀ ਖੁਸ਼ਾਮਦ ਨਹੀਂ ਕਰਦਾ, ਏਦਾਂ ਹੀ ਨਹੀਂ ਕਿਸੇ ਦੀਆਂ ਸਿਫਤਾਂ ਦੇ ਪੁਲ ਬੰਨੀ ਜਾਏ, ਇਸ ਕਰਕੇ ਉਸਤਤ ਵੀ ਨਹੀਂ ਕਰਦਾ। ਨਾ ਉਹਦੇ ਹਿਰਦੇ ਵਿੱਚ ਲੋਭ ਹੈ, ਨਾ ਮੋਹ ਦੀ ਵਿਰਤੀ ਹੈ। ਲੋਭ ਮੋਹ ਵੀ ਨਹੀਂ ਹੈ। ਨਾ ਉਹਦੇ ਅੰਦਰ ਅਭਿਮਾਨ ਹੈ ਕਿ ਮੈਂ ਹੀ ਹਾਂ ਬਸ, ਐਸਾ ਅਭਿਮਾਨ ਵੀ ਨਹੀਂ ਹੈ। ਇਸ ਲੋਭ ਮੋਹ ਆਦਿਕ ਅਭਿਮਾਨ ਤੋਂ ਰਹਿਤ ਹੋ ਜਾਂਦਾ ਹੈ। ਹਰਖ ਸੋਗ ਤੇ ਰਹਿ ਨਿਆਰੋ, ਨਾਹੀ ਮਾਨ ਅਪਮਾਨਾ। ਹਰਖ ਤੇ ਸੋਗ, ਖੁਸ਼ੀ ਗਮੀ, ਸੁੱਖ ਦੁੱਖ, ਇਹਦੇ ਵਿੱਚ ਵੀ ਉਹ ਨਿਆਰਾ ਹੋ ਕੇ ਰਹਿੰਦਾ। ਉਹ ਵੇਖਦਾ ਵੀ ਇਹ ਹਰਖ ਸੋਗ, ਖੁਸ਼ੀ ਗਮੀ, ਸੁੱਖ ਦੁੱਖ, ਇਹਨਾਂ ਦਾ ਸੰਬੰਧ ਕੇਵਲ ਸਰੀਰ ਨਾਲ ਹੈ। ਮੈਂ ਤਾਂ ਆਤਮਾ ਹਾਂ, ਮੈਂ ਸਰੀਰ ਥੋੜੀ ਹਾਂ। ਆਤਮਾ ਨੂੰ ਥੋੜੀ ਇਹ ਸੁੱਖ ਦੁੱਖ ਵਿਆਪ ਸਕਦੇ ਨੇ। ਬਾਬਾ ਬੰਦਾ ਸਿੰਘ ਜੀ ਨੇ ਇਹੀ ਕਿਹਾ ਸੀ, ਫਰਕਸ਼ੀਅਰ ਮੇਰੇ ਸਰੀਰ ਨੂੰ ਤੂੰ ਕੱਟ ਸਕਦਾ ਹੈ, ਜਮੂਰਾਂ ਨਾਲ ਨੋਚ ਸਕਦਾ ਹੈ, ਪਰ ਜੋ ਮੇਰਾ ਸਵਰੂਪ ਹੈ, ਜੋ ਮੈਂ ਹਾਂ, ਉੱਥੇ ਨਹੀਂ ਤੇਰੇ ਔਜ਼ਾਰ ਪਹੁੰਚ ਸਕਦੇ, ਸ਼ਸਤਰ ਪਹੁੰਚ ਸਕਦੇ। ਸੁੱਖ ਤੇ ਦੁੱਖ ਕੇਵਲ ਸਰੀਰ ਦੇ ਕੱਪੜੇ ਨੇ। ਮੈਂ ਸਰੀਰ ਤਾਂ ਨਹੀਂ ਹਾਂ, ਮੈਂ ਤਾਂ ਇਸ ਸਰੀਰ ਤੋਂ ਨਿਰਾਲਾ ਹਾਂ, ਵੱਖਰਾ ਹਾਂ, ਇਸ ਦਾ ਸਾਖਸ਼ੀ ਹਾਂ, ਇਹਦੇ 'ਚ ਰਹਿਣ ਵਾਲਾ ਹਾਂ। ਮੈਂ ਇਹ ਘਰ ਨਹੀਂ ਹਾਂ, ਇਹ ਘਰ ਦੇ ਵਿੱਚ ਰਹਿਣ ਵਾਲਾ, ਇਹਦੇ ਤੋਂ ਨਿਰਾਲਾ ਹਾਂ, ਵੱਖਰਾ ਹਾਂ। ਉਦੋਂ ਫਿਰ ਹਰਖ ਸੋਗ ਨਹੀਂ ਰਹਿੰਦਾ। ਇਸ ਕਰਕੇ ਹਰਖ ਤੇ ਸੋਗ ਤੋਂ ਵੀ ਉਹ ਨਿਆਰਾ ਹੈ। ਨਾਹੇ ਮਾਨ ਅਪਮਾਨਾ, ਉਹਦਾ ਕੋਈ ਮਾਣ ਕਰ ਜਾਏ, ਉਪਮਾ ਕਰ ਜਾਏ, ਵਾਹ ਜੀ ਤੁਹਾਡੇ ਵਰਗਾ ਕੋਈ ਨਹੀਂ, ਤੇ ਸੁਣ ਕੇ ਉਹ ਹੰਕਾਰ 'ਚ ਨਹੀਂ ਆਉਂਦਾ। ਅਪਮਾਨ ਦੇ ਸ਼ਬਦ ਕਹਿ ਦੇਵੇ ਉਹਨਾਂ ਦੇ ਬਾਬਤ, ਤਾਂ ਉਹ ਸੁਣ ਕੇ ਰੰਜ ਵਿੱਚ ਨਹੀਂ ਆਉਂਦਾ, ਰੋਸ ਵਿੱਚ ਨਹੀਂ ਆਉਂਦਾ। ਉਹਦੇ ਲਈ ਜਿਹੋ ਜਿਹਾ ਮਾਣ ਹੈ, ਉਹੋ ਜਿਹਾ ਅਪਮਾਨ ਹੈ। ਮਾਣ ਅਪਮਾਨ ਝੂਠ ਹੀ ਹੈ ਨਾ ਇਹ ਸੰਸਾਰ ਦਾ। ਲੋਕਨ ਕੀ ਚਤਰਾਈ ਉਪਮਾ ਤੇ ਬੈ ਸੰਤਰ, ਜਾਰ ਵਾਲੀ ਖੇਡ ਦੇ ਵਿੱਚ ਉਹ ਪਹੁੰਚ ਗਿਆ। ਉਹ ਮਾਣ ਤੇ ਅਪਮਾਨ ਤੋਂ ਵੀ ਨਿਰਾਲਾ ਹੋ ਗਿਆ। ਕੋਈ ਮਾਣ ਕਰ ਦੇਵੇ ਤਾਂ ਉਹ ਫੁੱਲਿਆ ਨਹੀਂ ਹੁੰਦਾ, ਹੰਕਾਰ ਦੇ ਵਿੱਚ ਨਹੀਂ ਆਉਂਦਾ। ਕੋਈ ਅਪਮਾਨਕ ਸ਼ਬਦ ਕਹਿ ਦੇਵੇ, ਅਪਮਾਨ ਕਰਨ ਵਾਲੇ ਦਾ ਬੁਰਾ ਹੋ ਜਾਂਦਾ ਹੈ, ਪਰ ਉਸ ਦਾ ਕੋਈ, ਉਹਦੇ ਨਾਲ ਕੋਈ ਉਹਦਾ ਸਨੇਹ ਨਹੀਂ, ਸੰਗ ਨਹੀਂ। ਰੱਬ ਦੇ ਪਿਆਰਿਆਂ ਦਾ, ਸਾਧਕਾਂ ਦਾ ਕੋਈ ਅਪਮਾਨ ਕਰੇ, ਉਹਨੇ ਆਪ ਹੀ ਪਾਪਾਂ ਦਾ ਭਾਗੀਦਾਰ ਹੋਣਾ। ਰੱਬ ਦੇ ਪਿਆਰਿਆਂ ਨੂੰ ਆਪਣੇ ਅਪਮਾਨ ਨਾਲ ਕੋਈ ਪਰਵਾਹ ਨਹੀਂ ਹੈ। ਉਹ ਤਾਂ ਉੱਥੇ ਹੀ ਟਿਕੇ ਹੋਏ ਨੇ ਆਤਮਕ ਆਨੰਦ ਵਿੱਚ। ਹਾਂਜੀ। ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ। ਆਸਾ ਤੇ ਮਨਸਾ ਨੂੰ ਰੱਬ ਦੇ ਪਿਆਰੇ ਆਪਣੇ ਹਿਰਦੇ ਚੋਂ ਤਿਆਗ ਦਿੰਦੇ ਨੇ। ਨਾ ਉਹਨਾਂ ਅੰਦਰ ਆਸਾ ਰਹਿੰਦੀ ਹੈ, ਨਾ ਮਨਸਾ। ਆਸਾ ਔਰ ਮਨਸਾ ਦੇ ਪ੍ਰਤਿਆਗੀ ਹੋ ਜਾਂਦੇ ਨੇ। ਆਸ ਜੋ ਕਿਸੇ ਦੂਸਰੇ ਤੇ ਹੋਵੇ, ਮਨਸਾ ਜੋ ਸਾਡੇ ਮਨ ਚ ਉਪਜੀ ਹੋਵੇ ਆਪਣੇ ਆਪ ਚ। ਆਸਾ ਤੇ ਮਨਸਾ ਨੂੰ, ਸਾਰੀਆਂ ਆਸਾਵਾਂ ਮਨਸਾਵਾਂ ਨੂੰ ਤਿਆਗ ਦਿੰਦਾ। ਜਗ ਤੇ ਰਹਿ ਨਿਰਾਸਾ, ਉਹ ਇਸ ਜਗਤ ਵਿੱਚ ਨਿਰਾਸ ਹੋ ਕੇ ਰਹਿੰਦਾ। ਨਿਰਾਸ, ਆਸਾ ਤੋਂ ਰਹਿਤ ਹੋ ਕੇ ਰਹਿੰਦਾ। ਉਦਾਸੀ ਦੀ ਬਿਰਤੀ ਜਿਹਨੂੰ ਕਹਿੰਦੇ ਨਾ, ਉਪਰਾਮਤਾ, ਉਪਰਾਮਤਾ ਦੇ ਸਹਿਤ ਰਹਿੰਦਾ ਸੰਸਾਰ ਵਿੱਚ। ਉਹਦੀ ਪਕੜ ਨਹੀਂ ਹੁੰਦੀ ਕਿਸੇ ਵਸਤ ਨਾਲ, ਕਿਸੇ ਸ਼ੈ ਨਾਲ। ਗਿਆਨੀ ਗਿਆਨ ਸਿੰਘ ਹੋਣਾ ਲਿਖਿਆ ਹੈ ਕਿ ਸਾਹਿਬ ਨੌਵੇਂ ਪਾਤਸ਼ਾਹ ਐਸੇ ਮਹਾਨ ਉਪਰਾਮਤਾ ਦੀ ਅਵਸਥਾ 'ਚ, ਬੈਰਾਗ ਦੀ ਅਵਸਥਾ 'ਚ ਟਿਕੇ ਰਹਿੰਦੇ ਸਨ ਕਿ 4-5 ਵਰਸ ਦੀ ਉਮਰ ਦੇ ਵਿੱਚ ਕਈ ਵਾਰੀ ਅਕਸਰ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਕੇ ਮਹਿਲਾਂ 'ਚੋਂ ਬਾਹਰ ਚਲੇ ਜਾਣਾ
ਖੇਤਾਂ ਵਿੱਚ ਕਿਤੇ ਇਕਾਂਤ ਥਾਂ ਵੇਖਣੀ, ਉੱਥੇ ਬੈਠੇ ਰਹਿਣਾ। 2-2 3-3 ਦਿਨ ਭਾਲ ਕਰੀ ਜਾਣੀ ਸਿੱਖਾਂ ਨੇ। ਤੇ ਜਦੋਂ ਮਿਲਣਾ ਤੇ ਮੇਰੇ ਸਾਹਿਬ ਦੇ ਨੇਤਰ ਇੰਨੇ ਸਜਲ ਹੁੰਦੇ ਸਨ ਕਿ ਨੇਤਰਾਂ ਵਿੱਚੋਂ ਵਹਿੰਦੇ ਹੋਏ ਜਲ ਕਰਕੇ ਕਈ ਵਾਰ ਅੱਖਾਂ ਦੇ ਕੋਨੇ ਵੀ ਗਲ ਜਾਇਆ ਕਰਦੇ ਸਨ। ਹਰ ਵੇਲੇ ਜਦੋਂ ਨੇਤਰਾਂ 'ਚੋਂ ਜਲ ਚਲਦੇ ਰਹਿਣਾ, ਇਹ ਉਪਰਾਮਤਾ ਦੀ ਅਵਸਥਾ ਹੈ। ਨਿਰਚਾਹਵਾਨ ਹੋ ਜਾਣਾ, ਵੈਰਾਗਵਾਨ ਹੋ ਜਾਣਾ, ਕਿਸੇ ਵਸਤ ਨਾਲ ਕਿਸੇ ਸ਼ੈ ਨਾਲ ਕੋਈ ਪਕੜ ਨਾ ਰਹਿਣੀ, ਉਹਨੂੰ ਕਹਿੰਦੇ ਆ ਜਗ ਦੇ ਵਿੱਚ ਨਿਰਾਸ਼ ਹੋ ਕੇ ਰਹਿਣਾ। ਜਿਹਨੂੰ ਸਾਹਿਬ ਗੁਰੂ ਕਲਗੀਧਰ ਜੀ ਕਹਿੰਦੇ ਰੇ ਮਨ ਐਸੋ ਕਰ ਸੰਨਿਆਸਾ, ਸੰਨਿਆਸੀ ਹੋ ਕੇ ਵਿਚਰਨਾ, ਭਾਵ ਘਰ ਵਿੱਚ ਰਹਿੰਦਿਆਂ ਹੋਇਆਂ ਵੀ ਮਨ 'ਚ ਉਪਰਾਮਤਾ ਦੀ ਬਿਰਤੀ ਰੱਖਣੀ। ਕਾਮ ਕ੍ਰੋਧ ਜਿਹ ਪਰਸੈ ਨਾਹਿਨ, ਤਿਹ ਕਟ ਬ੍ਰਹਮ ਨਿਵਾਸਾ। ਕਾਮ ਤੇ ਕ੍ਰੋਧ ਦੀਆਂ ਜਿਹੜੀਆਂ ਬਿਰਤੀਆਂ ਨੇ, ਇਹ ਉਹਨੂੰ ਪਰਸਦੀਆਂ ਨਹੀਂ ਹਨ, ਛੂੰਹਦੀਆਂ ਨਹੀਂ ਹਨ। ਔਰ ਉਹਦੇ ਘਟ ਵਿੱਚ ਬ੍ਰਹਮ ਦਾ ਸਾਖਸ਼ਾਤਕਾਰ ਹੋ ਜਾਂਦਾ। ਕਾਮ ਕ੍ਰੋਧ ਲੋਭ ਮੋਹ ਹੰਕਾਰ। ਜਦੋਂ ਕਾਮ ਕ੍ਰੋਧ ਕਹਿ ਦਾ ਮਤਲਬ ਪੰਜੇ ਕਹਿ ਦਿੱਤੇ ਨੇ, ਅੱਗੇ ਇਤਿਆਦ ਹੋ ਜਾਂਦਾ ਹੈ। ਇਤਿਆਦੀ ਯਾਨੀ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹਦੇ ਘਟ ਨੂੰ ਪਰਸਦੇ ਨਹੀਂ ਹਨ, ਛੂੰਹਦੇ ਤੱਕ ਵੀ ਨਹੀਂ ਹਨ। ਔਰ ਉਸ ਦੇ ਘਟ ਵਿੱਚ ਬ੍ਰਹਮ ਦਾ ਨਿਵਾਸ ਹੋ ਜਾਂਦਾ, ਯਾਨੀ ਕਿ ਬ੍ਰਹਮ ਦਾ ਸਾਖਸ਼ਾਤਕਾਰ ਹੋ ਜਾਂਦਾ ਹੈ। ਗੁਰ ਕਿਰਪਾ ਜਿਹ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ। ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋਵੇ, ਉਹੀ ਇਸ ਜੁਗਤ ਨੂੰ ਪਛਾਣਦੇ ਨੇ, ਜਿਹੜੀ ਉਪਰੋਕਤ ਪੰਕਤੀਆਂ 'ਚ ਦੱਸੀ ਹੈ। ਜਿਨ੍ਹਾਂ ਤੇ ਗੁਰੂ ਸਾਹਿਬ ਦਾ ਤਰਸ ਹੋਵੇ। ਗੁਰੂ ਪਾਤਸ਼ਾਹ ਦੀ ਕਿਰਪਾ ਤੋਂ ਬਿਨਾਂ ਨਹੀਂ ਕੁਝ ਸੰਭਵ ਹੁੰਦਾ। ਗੁਰੂ ਖਾਲਸਾ ਜੀ, ਗੁਰੂ ਕਿਰਪਾ ਹੋਵੇ ਤੇ ਅਸੰਭਵ ਸੰਭਵ ਹੋ ਜਾਂਦਾ ਹੈ। ਗੁਰੂ ਸਾਹਿਬ ਦੀ ਕਿਰਪਾ ਤੋਂ ਬਿਨਾਂ ਕੁਝ ਵੀ ਸੰਭਵ ਨਹੀਂ ਹੈ। ਤੋ ਜਿਨ੍ਹਾਂ ਤੇ ਸਤਿਗੁਰਾਂ ਦੀ ਕਿਰਪਾ ਵਰਤਦੀ ਹੈ, ਕਿਰਪਾ ਹੁੰਦੀ ਹੈ, ਉਹੀ ਇਸ ਜੁਗਤੀ ਨੂੰ ਪਛਾਣਦੇ ਹਨ। ਨਾਨਕ ਲੀਨ ਪਇਓ ਗੋਬਿੰਦ ਸਿਓ, ਜਿਉ ਪਾਨੀ ਸੰਗ ਪਾਨੀ। ਸਤਿਗੁਰੂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਨ ਕਰਦੇ ਨੇ, ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋ ਗਈ, ਉਹ ਫਿਰ ਇਸ ਤਰ੍ਹਾਂ ਲੀਨ ਹੋ ਜਾਂਦੇ ਨੇ ਵਾਹਿਗੁਰੂ ਵਿੱਚ, ਜਿਵੇਂ ਪਾਣੀ ਨਾਲ ਮਿਲ ਕੇ ਪਾਣੀ ਇੱਕਮਿਕ ਹੋ ਜਾਂਦਾ ਹੈ। ਇਸ ਤਰ੍ਹਾਂ ਵਿਲੀਨ ਹੋ ਜਾਂਦੇ ਨੇ, ਨਿਰੰਕਾਰ ਵਿੱਚ ਮਿਲ ਕੇ ਇੱਕਮਿਕ ਹੋ ਜਾਂਦੇ ਹਨ। ਜੈਸੇ ਪਾਣੀ ਨਾਲ ਮਿਲ ਕੇ ਪਾਣੀ ਇੱਕਮਿਕ ਹੋ ਜਾਂਦਾ ਹੈ, ਐਸੀ ਅਵਸਥਾ ਵਿੱਚ ਉਹ ਗੁਰਮੁਖ ਜਨ ਜਾ ਟਿਕਦੇ ਨੇ।